ਹੈਲੋ ਕੈਮਰਾ ਆਨ ਹੋ ਗਿਆ ਭਾਈ। ਇਹ ਕੰਗਾ ਕੁੰਗਾ ਵਾਲਾ ਯਾਰ ਇਸ ਟੀਮ ਵਾਸਤੇ ਦਫਾ ਕਰ। ਕਿਉਂ? ਭਾਈ ਨੂੰ ਬਾਬਰ ਦਾ ਮੁੱਕ ਗਿਆ ਡਾਟਾ। T20 ਚ ਪੱਕਾ ਆਊਟ ਹੋ ਗਿਆ। ਅੱਛਾ ਜੀ, ਆਖਰੀ ਮੈਚ ਸੀ ਉਹਦਾ। ਆਖਰੀ ਤਰੀਨ ਮੈਚ ਸੀ ਸ਼ਾਹੀਨ ਦਾ ਵੀ ਤੇ ਬਾਬਰ ਦਾ ਵੀ। ਸਰ ਜਿਹੜੀ ਇਹਨਾਂ ਨੇ ਅੱਜ, ਮੈਂ ਗੱਲ ਕੱਢ ਸਕਦਾ? ਨਹੀਂ ਗੱਲ ਨਹੀਂ ਅਲਾ ਫੈਮਿਲੀ ਦੇਖਤੀ ਹੈ। ਠੀਕ ਹੈ ਸਰ, ਸਵੇਰ ਦਾ ਵੇਟ ਕਰ ਰਿਹਾ ਸੀ, ਘਰੋਂ ਆਇਆ ਤੇ ਬੇਗਮ ਨੇ ਪੁੱਛਿਆ ਕਿ ਕਿੱਥੇ ਚੱਲੇ ਆ। ਮੈਂ ਕਿਹਾ ਜੀ ਮੈਚ ਦੇਖਣ ਜਾ ਰਹੇ। ਯਕੀਨ ਮੰਨੋ ਉਹਦੇ ਪਤਾ ਨਹੀਂ ਪਲੂਤੇ ਲੱਗ ਗਏ ਮੈਨੂੰ ਜੋ ਵੀ ਹੋਇਆ ਭਾਈ ਨਾ। ਲੇਕਿਨ ਯਾਰ ਮੈਂ ਅੱਜ ਇੱਕ ਗੱਲ ਕਹਾਂਗਾ, ਪੋਲਾ ਰਿਕਾਰਡ ਸਾਹਿਬ ਕਿੱਥੇ ਹੋ ਤੁਸੀਂ? ਯਾਰ 2 ਮਿੰਟ ਆ ਗਏ ਸਿਰਫ, ਤੁਸੀਂ ਇੰਨਾ ਕਹਿਣਾ ਇਹ ਸਾਰੇ 11 ਦੇ 12 ਨੂੰ ਖਿਲਾਰ ਕੇ ਕਿ ਸ਼ੋਰਿਆ ਤੂੰ ਮੇਰੇ ਲੈਵਲ ਦਾ ਨਹੀਂ। ਇਹ ਤੇ ਇੰਡੀਆ ਕਹਿੰਦਾ ਹੋਏਗਾ ਨਾ। ਕਹਿੰਦਾ ਸਰ ਇੰਡੀਆ ਤੇ ਕਹਿੰਦਾ ਹੈ ਸ਼ੋਰਿਆ ਤੁਸੀਂ ਮੇਰੇ ਲੈਵਲ ਦੇ ਨਹੀਂ। ਸ਼ਾਇਦ ਸਾਹਿਬ ਇੰਡੀਆ ਬੜੀ ਗ੍ਰੇਟ ਟੀਮ ਹੈ। ਔਰ ਵਾਕਈ ਮੋਹਸਨ ਨਕਵੀ ਸਾਹਿਬ ਇਹ ਹੱਥ ਜੋੜਿਆ ਇਹਨਾਂ ਖੱਚਾਂ ਵਾਸਤੇ। ਤੁਸੀਂ ਹੱਥ ਪੈਰ ਜੋੜ ਰਹੇ ਸੀ, ਕੀ ਕਰ ਰਹੇ ਸੀ ਤੁਸੀਂ? ਕਿਹੜੀ ਤੁਸੀਂ ਯਾਰ ਇਹਦੇ ਨਾਲ ਉਹਨਾਂ ਤੋਂ ਬਾਈਕਾਟ ਆਕੜ 'ਚ ਹੀ ਰਹਿੰਦੇ ਅਸੀਂ। ਬਾਸਿਤ ਅਲੀ ਕਹਿੰਦਾ ਸੀ ਨਾ ਕਿ ਯਾ ਅੱਲਾ ਬਾਰਿਸ਼ ਹੋ ਜੇ। ਉਹ ਸਹੀ ਕਹਿੰਦਾ ਸੀ ਯਾਰ, ਉਹ ਸਹੀ ਕਹਿੰਦਾ ਸੀ ਯਾਰ। ਅਹਿਮਦ ਸ਼ਹਜ਼ਾਦ ਸਾਹਿਬ ਨੇ ਬਰਮਲਾ ਕਹਿਤਾ ਆ ਕੇ ਤਾਬਿਸ਼ ਦੇ ਸ਼ੋਅ 'ਚ। ਉਹਨੇ ਆ ਕੇ ਕਹਿਤਾ ਕਿ ਜੀ ਬਾਬਰ ਚੱਲੇਗਾ, ਬਾਬਰ ਚੱਲੇਗਾ। ਤੁਹਾਡਾ ਬਦਤਰੀਨ ਦੁਸ਼ਮਣ ਨੇ ਵੀ ਕਹਿਤਾ। ਤੇ ਬਾਬਰ ਸਾਹਿਬ ਕੀ ਚਾਹ ਰਹੇ ਹੋ? ਅਗਰ ਪਾਕਿਸਤਾਨ ਇੰਡੀਆ ਦਾ ਮੈਚ ਇੰਝ ਹੀ ਹੋਣਾ ਤੇ ਫਿਰ ਕੀ ਜ਼ਰੂਰਤ ਹੈ ਸਾਨੂੰ ਪਾਕਿਸਤਾਨ ਇੰਡੀਆ ਦਾ ਮੈਚ ਕਰਾਉਣ ਦੀ? ICC ਤੋਂ ਰਿਕੁਐਸਟ ਕਰਨੀ ਚਾਹੀਦੀ ਹੈ ਹਰ ਪਾਕਿਸਤਾਨੀ ਨੂੰ ਹੱਥ ਜੋੜ ਕੇ ਇੰਝ ਕਰਕੇ ਕਿ ICC ਜੀ ਨਮਸਤੇ ਜੀ, ICC ਜੀ, ਬਲਕਿ ਦੋਵਾਂ ਹੱਥਾਂ ਨਾਲ ਨਮਸਤੇ ਜੀ। ਨੈਕਸਟ ਟਾਈਮ ਪਾਕਿਸਤਾਨ ਤੇ ਇੰਡੀਆ ਨੂੰ ਇੱਕ ਗਰੁੱਪ 'ਚ ਤੁਸੀਂ ਨਾ ਰੱਖੋ, ਤੁਹਾਡੀ ਮਿਹਰਬਾਨੀ। ਸਾਡੇ ਵੱਡਿਆਂ ਦੀ ਵੀ ਤੋਬਾ, ਕਿਉਂਕਿ ਇਹ ਨਹੀਂ ਖੇਡ ਸਕਦੇ ਜੀ, ਇਹ ਬਾਕੀ ਲੈਵਲ ਦੇ ਨਹੀਂ ਹੈਗੇ। ਬੌਸ ਮੈਂ ਇਹ ਕਹਿਣਾ ਚਾਹ ਰਿਹਾ, ਬਾਬਰ ਸਰ ਕਿੰਨਾ ਕੁ ਟਾਈਮ ਚਾਹੀਦਾ ਤੁਹਾਨੂੰ? ਬਾਬਰ ਮਾਛੀ ਤਰੀਨ ਸਰ, ਮਾਛੀ ਤਰੀਨ ਬਲਕਿ ਮਸਲੀ ਤਰੀਨ। ਅੱਛਾ ਜੀ ਸਰ ਇਹਨਾਂ ਨੇ ਯਕੀਨ ਮੰਨੋ ਕਿ ਇਹਨਾਂ ਦਾ ਮੈਚ ਹੋਣਾ ਚਾਹੀਦਾ ਸੁਬਹ 10 ਵਜੇ, ਤਾਂ ਕਿ ਜਿਹੜਾ ਵੀ ਬੰਦੇ ਦਾ ਮੂਡ ਖਰਾਬ ਹੈ ਸ਼ਾਮ ਤੱਕ ਫਰੈਸ਼ ਤੇ ਹੋ ਜਾਵੇ। ਅਸੀਂ ਸੁਬਹ ਦਾ ਵੇਟ ਕਰਦੇ ਹਾਂ ਕਿ ਜੀ ਸ਼ਾਮ ਨੂੰ ਮੈਚ ਹੋਏਗਾ ਤੇ ਸ਼ਾਮ ਨੂੰ ਇਹ ਚੁੱਸ ਮਾਰਦੇ। ਨਾ ਅਸੀਂ ਸਹੀ ਤਰ੍ਹਾਂ ਸੌਂ ਸਕਦੇ, ਨਾ ਸਵੇਰੇ ਕੰਮ ਤੇ ਸਹੀ ਤਰ੍ਹਾਂ ਜਾ ਸਕਦੇ। ਮਤਲਬ ਇਹ ਸੀ ਨਾ ਕਿ 14 ਫਰਵਰੀ ਸੀ ਕੱਲ। ਅਸੀਂ 14 ਫਰਵਰੀ ਇਸ ਖੁਸ਼ੀ 'ਚ ਨਹੀਂ ਮਨਾਈ ਕਿ ਜੀ ਅਸੀਂ 15 ਫਰਵਰੀ ਨੂੰ ਇਕੱਠੀ 14 ਫਰਵਰੀ ਮਨਾ ਲਾਂਗੇ, ਪਾਕਿਸਤਾਨ ਜਿੱਤੇਗਾ। ਇਹ ਚੁੱਸ ਮਾਰਨੀ ਸੀ ਇਹਨਾਂ ਸਰ। ਉਧਰੋਂ ਬੀਬੀਆਂ ਨੇ ਸਾਡਾ ਕੱਟਿਆ, ਇਧਰੋਂ ਇਹਨਾਂ ਨੇ ਕੱਟਤਾ। ਲੈਵਲ ਕਰਤਾ ਲੈਵਲ। ਬਾਬਰ ਸਾਹਿਬ ਨਾ ਤੁਹਾਡੇ ਕੋਲੇ ਡਾਟਾ ਰਿਹਾ, ਨਾ ਕੈਰੀਅਰ ਰਿਹਾ, ਨਾ T20 ਰਿਹਾ। ਬਥੇਰਾ ਤੁਸੀਂ ਕਮਾ ਲਿਆ। ਤੁਸੀਂ ਕੋਈ 2-3 ਪਲਾਟ ਬਣਾ ਲਏ ਹੋਣੇ। ਤੁਹਾਡੀ ਮਿਹਰਬਾਨੀ ਯਾਰ, ਇਸ ਕੌਮ ਤੇ ਰਹਿਮ ਕਰੋ। ਕਿਸੇ ਅੱਛੇ ਪਲੇਅਰ ਦੀ ਤੁਸੀਂ ਜਗ੍ਹਾ ਖਾ ਰਹੇ ਹੋ। ਔਰ ਸ਼ਾਹੀਨ ਸਾਹਿਬ ਬਸ ਕਰੋ ਯਾਰ, ਜਵਾਈ ਹੁੰਦਾ ਕਿੰਨਾ ਕੁ ਫਾਇਦਾ ਤੁਸੀਂ ਲੈਣਾ? ਖੁਦਾ ਦਾ ਖੌਫ ਕਰੋ। ਉਹ ਜਵਾਈ ਸਾਡਾ ਥੋੜੀ, ਉਹ ਤੇ ਸ਼ਾਇਦ ਫਰੀਦੀ ਦਾ ਜਵਾਈ ਸਰ। ਪਿੱਛੇ ਬੈਗ ਤੇ ਜਾਵੇਦ ਜਾਨ ਛੱਡੇ ਸੋਫੇ ਵਰਗਾ ਉਹਦਾ ਮੂੰਹ ਹੈ ਸਰ। ਬੈਗ ਤੇ ਸ਼ਾਹਿਦ ਸਾਹਿਬ ਕੀ ਚੀਜ਼ਾਂ ਚੱਲ ਰਹੀਆਂ ਤੁਹਾਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਦੱਸਦਾ ਕੀ ਰਿਲੇਸ਼ਨ ਹੁੰਦੇ ਆ। ਕੀ ਮੈਂ ਇੱਕ ਚੀਜ਼ ਕੱਢੀ ਅੱਜ, ਇਹ ਮੈਂ ਤੁਹਾਨੂੰ ਦੱਸਦਾ। ਅੱਲਾ ਤੁਹਾਡਾ ਭਲਾ ਕਰੇ। ਇਹ ਦੇਖੋ ਜੀ ਪਾਕਿਸਤਾਨ ਦੀ ਸਿਲੈਕਸ਼ਨ ਕਿਵੇਂ ਹੁੰਦੀ ਜੀ। ਸਿਲੈਕਸ਼ਨ ਟੀਮ ਸਿਲੈਕਸ਼ਨ ਕ੍ਰਾਈਟੇਰੀਆ, ਪਹਿਲਾ ਨੰਬਰ ਹੈ ਭਾਈਜਾਨ ਪਰਚੀ ਬੇਸਡ। ਹੈਲੋ, ਪਹਿਲਾ ਨੰਬਰ ਪਰਚੀ ਬੇਸਡ ਖਿਲਾੜੀ ਰੱਖੇ ਜਾਂਦੇ ਆ। ਉਹ ਜਿਹੜੇ ਬਚ ਜਾਣ ਫਿਰ ਉਹ ਡਿਮਾਂਡ ਬੇਸ ਖਿਲਾੜੀ ਰੱਖੇ ਜਾਂਦੇ। ਹਾਂਜੀ, ਕਿ ਡਿਮਾਂਡ ਆ ਗਈ ਜੀ, ਫਲਾਣੇ ਦੀ ਡਿਮਾਂਡ ਆ ਗਈ ਜੀ, ਓ ਹੋ ਵਜ਼ੀਰ ਆਜ਼ਮ ਨੇ ਡਿਮਾਂਡ ਕਰਤੀ ਜੀ, ਬਾਬਰ ਆਜ਼ਮ ਨੂੰ ਖੜਾ ਲਓ। ਬਾਬਰ ਆਜ਼ਮ ਤਾਂ ਇੱਕ ਬ੍ਰਾਂਡ ਹੈ, ਛਿੱਤਰ ਬ੍ਰਾਂਡ ਹੈ। ਸ਼ਾਹਿਦ ਸਾਹਿਬ ਮੈਂ ਕਹਿ ਰਿਹਾ ਸੀ। ਅੱਛਾ, ਤੀਸਰੀ ਵੀ ਦੱਸਾਂ, ਲਾਈਕ ਐਂਡ ਡਿਸਲਾਈਕ ਬੇਸਡ। ਯਾਰ ਮੈਨੂੰ ਬਾਬਰ ਚੰਗਾ ਲੱਗਦਾ ਯਾਰ, ਇਹਨੂੰ ਤੇ ਖੜਾ ਲਓ ਯਾਰ। ਸ਼ਖਸੀਅਤ ਪਸੰਦੀ ਉਹ ਪਾਕਿਸਤਾਨ ਦਾ ਪੁਰਾਣਾ ਤਰੀਕਾ ਹੈ। ਚੌਥੇ ਨੰਬਰ ਤੇ ਆਖਰੀ ਨੰਬਰ ਜਿਹੜਾ ਹੈ ਫੇਰ ਖਿਲਾਇਆ ਜਾਂਦਾ ਕੋਈ ਇੱਕ ਅੱਧਾ ਖਿਲਾੜੀ ਮੈਰਿਟ ਤੇ। ਹਾਂਜੀ, ਜਿਹੜਾ ਮੈਰਿਟ ਤੇ ਖਿਲਾਇਆ ਜਾਂਦਾ ਨਾ ਉਹ ਬਾਹਰ ਬੈਠਾ ਹੁੰਦਾ, ਜਿਵੇਂ ਕਿ ਖਵਾਜਾ ਨਾਫੇ। ਬਿਲਕੁਲ, ਉਹ ਪਾਣੀ ਪਿਆਉਣ ਤੇ ਡਿਊਟੀ ਲਾਈ ਹੁੰਦੀ ਉਹਦੀ। ਹਾਂਜੀ, ਪਾਣੀ ਪਿਆਉਣ ਤੇ। ਸਰ ਜਿਸਲੇ ਉਹ ਪਹਿਲਾ ਖਿਲਾੜੀ ਜਿਹੜਾ ਉਹਨਾਂ ਦਾ ਆਊਟ ਹੋਇਆ ਸੀ, ਜਿਹੜਾ ਉਹਨਾਂ ਦਾ ਓਪਨਰ ਸੀ ਸ਼ਰਮਾ ਸਾਹਿਬ। ਅਗਰ ਮੈਚ ਤੇ ਥੋੜੀ ਜਿਹੀ ਗੱਲ ਕਰ ਲਈਏ। ਹਾਂਜੀ, ਮੈਚ ਤੇ ਯਾਰ ਜਦੋਂ ਤੁਹਾਨੂੰ ਟਾਸ, ਪਹਿਲੇ ਤੇ ਤੁਹਾਨੂੰ ਪਤਾ ਕਿ ਤੁਹਾਡੀ ਔਕਾਤ ਹੀ ਨਹੀਂ ਕਿ ਤੁਸੀਂ ਜਿਹੜਾ ਹੈ ਉਹ ਚੇਜ਼ ਕਰ ਸਕੋ। ਬਿਲਕੁਲ, ਉਹ ਨਹੀਂ ਔਕਾਤ ਤੁਹਾਡੀ, ਤੁਹਾਨੂੰ ਪਤਾ ਹੈ। ਉਹ ਤੁਸੀਂ ਇੱਕ ਟਾਸ ਜਿੱਤ ਕੇ ਤੁਸੀਂ ਇੱਕ ਚੇਜ਼ ਕੀਤਾ ਸੀ ਨੀਦਰਲੈਂਡ ਦੇ ਖਿਲਾਫ। ਉਹ ਤੁਹਾਨੂੰ ਨਾਨੀ ਯਾਦ ਕਰਾਤੀ ਸੀ ਉਹਨਾਂ ਨੇ, ਠੀਕ ਹੈ। ਉਹ ਰਾਣਾ ਚੰਗੜ ਉਦੋਂ ਨਾਨਾ ਹੁੰਦਾ ਤੇ ਤੁਹਾਨੂੰ ਲਿੱਤਰ ਉਦੋਂ ਵੀ ਪੈ ਜਾਣੇ ਸੀ। ਉਸ ਤੋਂ ਬਾਅਦ ਇਹ ਤੁਹਾਡੀ ਕਰਤੂਤ ਹੈ ਅੱਗੇ ਆ ਗਈ ਕਿ ਤੁਸੀਂ ਇੰਡੀਆ ਦੇ ਖਿਲਾਫ ਤੁਸੀਂ ਜਿਹੜਾ ਨਾ ਜੀ ਟਾਸ ਜਿੱਤ ਕੇ, ਅੱਲਾਹ ਤਾਲਾ ਨੇ ਤੁਹਾਨੂੰ ਇੱਕ ਅਪਰਚੁਨਿਟੀ ਦਿੱਤੀ ਸੀ, ਤੁਸੀਂ ਅਪਰਚੁਨਿਟੀ ਮਿਸ ਕਰਾ ਗਏ ਯਾਰ। ਤੁਹਾਨੂੰ ਅਪਰਚੁਨਿਟੀ ਦਿੱਤੀ ਸੀ ਕਿ ਚਲੋ ਤੁਸੀਂ ਪਹਿਲੇ ਖੇਡ ਕੇ ਕੋਈ ਜਿਹੜਾ ਤੁਸੀਂ ਜ਼ੋਰ ਲਾਉਣਾ ਲਾ ਲਓ, ਆਪਣੇ ਜਿਹੜੇ ਸਕੋਰ ਤੁਸੀਂ ਬਣਾਉਣੇ 180 90 ਸਕੋਰ ਤੁਸੀਂ ਬਣਾ ਲੈਂਦੇ ਤਾਂ ਤੁਸੀਂ ਜਿੱਤ ਜਾਣਾ ਸੀ। ਲੇਕਿਨ ਕਰਤੂਤ ਇਹਨਾਂ ਦੀ ਐਡੀ ਗੰਦੀ ਕਰਤੂਤ ਹੈ ਨਾ ਯਾਰ। ਮੈਂ ਕੀ ਉਹ ਐਡਾ ਸਾਡਾ ਕਪਤਾਨ ਅਜੀਬੋ ਗਰੀਬ ਆਦਮੀ ਹੈ ਨਾ ਯਾਰ। ਇਹਦੇ ਪੱਲੇ ਕੱਖ ਨਹੀਂ ਹੈਗਾ, ਮੈਂ ਤੁਹਾਨੂੰ ਸਾਫ਼ ਕਹਿ ਰਿਹਾ। ਇਹ ਕਪਤਾਨ ਵੀ ਫਾਰਗ ਹੈ, ਇਹ ਮੈਨੇਜਮੈਂਟ ਵੀ ਫਾਰਗ ਹੈ ਤੁਹਾਡੀ। ਇੱਕ ਓਪਨਰ ਡਿੱਗਿਆ, ਇੱਕ ਸਾਹਿਬਜ਼ਾਦਾ ਫਰਹਾਨ ਨੇ ਕੀ ਚਲੋ ਇੱਕ ਮੈਚ ਨਹੀਂ ਚੱਲਿਆ,
ਮੰਨ ਲਿਆ ਅੱਛਾ ਪਲੇਅਰ ਹੈ, ਨਹੀਂ ਚੱਲਿਆ, ਉਹਦੇ ਪਿੱਛੇ ਕਿ ਤੁਸੀਂ ਸਾਰਿਆਂ ਨੇ ਵਾਰੀਆਂ ਬੰਨੀਆਂ। ਸਾਹਿਬਜ਼ਾਦਾ ਫਰਹਾਨ ਡਿੱਗਿਆ, ਸੈਮ ਡਿੱਗਿਆ, ਉਸ ਤੋਂ ਬਾਅਦ ਸਲਮਾਨ ਸਾਹਿਬ ਨੇ ਕਿਹਾ ਜੀ ਉਹ ਨਹੀਂ ਚੱਲੇ ਤੇ ਮੈਂ ਠੇਕਾ ਚੱਕਿਆ। ਕੋਈ ਇੱਕ ਤਾਂ ਠੇਕਾ ਚੱਕੋ। ਰਮੀਜ਼ ਰਾਜਾ ਹਲੇ ਕਮੈਂਟਰੀ 'ਚ ਕਹਿ ਹੀ ਰਿਹਾ ਕਿ ਬਾਬਰ ਕੋਲੇ ਹੀਰੋ ਬਣਨ ਦਾ ਮੌਕਾ ਹੈ, ਤੇ ਬਾਬਰ ਸਾਹਿਬ ਨੇ ਨਾਲ ਹੀ ਘੈਂ ਕਰਤੀ। ਲਓ ਜੀ, ਮੈਂ ਬੈਠਾ ਹੋਇਆ ਤੇ ਮੈਂ ਡਿਸਕਸ ਕਰ ਰਿਹਾ ਉਹਦੇ ਕੋਲੀਗ ਨਾਲ, ਮੈਂ ਆਪਣੇ ਭਾਈ ਨਾਲ, ਕਿ ਯਾਰ ਬਾਬਰ ਕੋਲੇ ਅੱਜ ਮੌਕਾ ਹੈ, ਬਾਬਰ ਦੁਬਾਰਾ ਅਮਰ ਹੋ ਸਕਦਾ ਹੈ, ਇੰਡੀਆ ਦੇ ਨਾਲ ਮੈਚ ਹੈ। ਸਰ ਪੂਰੀ ਦੁਨੀਆ ਭੁੱਲ ਜਾਏਗੀ ਬਾਬਰ। ਪਾਕਿਸਤਾਨ ਜਿਹੜਾ ਹੈ ਉਹ ਲੋਕ ਗੱਲਾਂ ਕਰ ਰਹੇ ਸੀ ਕਿ ਯਾਰ ਤੁਸੀਂ ਇੰਡੀਆ ਤੋਂ ਮੈਚ ਜਿੱਤੋ, ਉਸ ਤੋਂ ਬਾਅਦ ਤੁਸੀਂ ਭਾਵੇਂ ਫਾਈਨਲ ਜਾ ਕੇ ਹਾਰ ਜਾਓ, ਕੋਈ ਮਸਲਾ ਨਹੀਂ, ਕੋਈ ਮਸਲਾ ਹੀ ਨਹੀਂ ਸਾਡਾ, ਅਸੀਂ ਬਾਗੋ ਬਾਗ ਹੋ ਜਾएंगे, हम जो है ना वो ਅਸੀਂ ਧੰਨ ਧੰਨ ਹੋ ਜਾएंगे। ये हर बंदा बोल रहा था, लेकिन कोई करतूत ਹੋਵੇ ਇਹਨਾਂ ਦੀ ਤੇ ਫੇਰ ਹੈ ਨਾ। ਸ਼ਾਇਦ ਸਾਹਿਬ ਵਜ਼ਨ ਨਹੀਂ ਨਾ, ਬੰਗਲਾਦੇਸ਼ ਦੇ ਖਿਲਾਫ ਅਸੀਂ ਕਮਜ਼ੋਰ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਦੀ ਖਾਤਰ ਸਟੈਂਡ ਲਿਆ। ਯਾਰ ਬੰਗਲਾਦੇਸ਼ ਨੂੰ ਅਸੀਂ ਕਿੰਨੀ ਕੁ ਦੇਰ ਤੱਕ ਇਸ਼ੂ ਬਣਾਵਾਂਗੇ? ਸਾਡੇ ਪੱਲੇ ਕੀ ਹੈ? ਪਹਿਲੇ ਤੁਸੀਂ ਇਹ ਦੱਸੋ ਕਿ ਅਸੀਂ ਕਿੰਨੇ ਕੁ ਪਾਣੀ 'ਚ ਹੈ। ਮੈਂ ਸਟਾਰਟ ਤੋਂ ਗੱਲ ਇਸ ਲਈ ਕਰ ਰਿਹਾ ਸੀ ਕਿ ਜ਼ਰਾ ਇੱਕ ਤੇ ਆਪਣੇ ਜਿਹੜੇ ਨਾਜ਼ਰੀਨ ਨੇ ਉਹਨਾਂ ਨੂੰ ਗੱਲ ਥੋੜਾ ਜਿਹਾ ਸਮਝਾ ਦਈਏ ਕਿ ਮੈਚ ਕੁਝ ਲੋਕ ਐਸੇ ਵੀ ਹੈ ਨਾ ਦੋਸਤ ਜਿਨ੍ਹਾਂ ਨੇ ਮੈਚ ਨਹੀਂ ਦੇਖਿਆ। ਮੇਰਾ ਖਿਆਲ ਹੈ ਪਾਕਿਸਤਾਨ ਇੰਡੀਆ ਦਾ ਮੈਚ ਤੇ ਹਰ ਬੰਦੇ ਨੇ ਦੇਖਿਆ, ਲੇਕਿਨ ਇਹਨਾਂ ਦੀ ਕਰਤੂਤ ਦੱਸਣਾ ਫਿਰ ਵੀ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੀ ਗੋਲੀ ਵੀ ਖਾਧੀ ਹੋਣੀ ਹਰ ਬੰਦੇ ਨੇ, ਲਾ ਯਕੀਨ ਕਰੋ ਬਿਲਕੁਲ ਖਾਧੀ ਹੋਏਗੀ। ਭਾਈਜਾਨ ਤੁਸੀਂ ਇਹ ਦੇਖੋ ਕਿ ਜਦੋਂ ਤੁਹਾਨੂੰ ਪਹਿਲੇ ਓਵਰ ਦੇ ਵਿੱਚ ਇੱਕ ਸਕੋਰ ਪਿਆ ਸੀ, ਸਾਡਾ ਕਪਤਾਨ ਸਾਹਿਬ ਆਪ ਓਵਰ ਕਰਾਉਣ ਆਏ ਸੀ, ਤੁਹਾਨੂੰ ਇੱਕ ਯਾਰ ਬੂਸਟ ਮਿਲ ਗਿਆ ਸੀ ਪਾਕਿਸਤਾਨ ਨੂੰ ਪਹਿਲੇ ਓਵਰ 'ਚ, ਪ੍ਰੈਸ਼ਰ 'ਚ ਆ ਗਏ ਸੀ। ਉਸ ਤੋਂ ਬਾਅਦ ਇਹ ਜਿਹੜਾ ਸ਼ਾਹੀਨ ਸ਼ਾਹ ਅਫਰੀਦੀ ਨੂੰ ਚਵਲ ਮਾਰਨ ਦੇਣ ਦੀ ਤੁਸੀਂ ਕਿਹੜੀ ਕੋਸ਼ਿਸ਼ ਕੀਤੀ ਸੀ? ਦੂਜਾ ਓਵਰ ਵੀ ਕਿਸੇ ਸਪਿਨਰ ਨੂੰ ਦੇ ਦੇਣਾ ਸੀ ਯਾਰ, ਤਾਂ ਕਿ ਉਹ ਤੁਹਾਡਾ ਧੂੰਆਂ ਨਾ ਕੱਢਦਾ। ਔਰ ਹਰ ਤੁਸੀਂ ਇਹ ਵੇਖੋ ਕਿ ਇਸ਼ਾਨ ਕਿਸ਼ਨ ਨੇ ਹਰ ਉਸ ਬੰਦੇ ਨੂੰ ਛੱਕਾ ਮਾਰਿਆ ਹੈ ਔਰ ਚੌਕੇ ਮਾਰਿਆ ਜਿਹਨੇ ਲੂਜ਼ ਗੇਂਦ ਕਰਾਈ। ਜੀ ਠੀਕ ਹੈ, ਲੂਜ਼ ਗੇਂਦ ਤੁਸੀਂ ਕਿਉਂ ਕਰਾ ਰਹੇ ਹੋ? ਔਰ ਤੁਹਾਡੇ ਟੋਟਲ ਝੁੱਗੇ 'ਚੋਂ 2 ਓਵਰ ਕਰਵਾਏ ਸ਼ਾਹੀਨ ਸ਼ਾਹ ਅਫਰੀਦੀ ਨੇ ਔਰ 31-32 ਸਕੋਰ ਦਿੱਤਾ ਉਹਨੇ। ਯਾਰ ਇਸ ਬੰਦੇ ਨੇ ਉਸੇ ਪਿੱਚ ਤੇ, ਹਾਲਾਂਕਿ ਬਾਰਿਸ਼ ਹੋਈ ਹੈ, ਪਿੱਚ ਨਰਮ ਹੈ, ਤਾਂ ਤੁਸੀਂ ਚਵਲਾ ਮਾਰ ਰਹੇ ਹੋ ਯਾਰ। ਅੰਪਾਇਰ ਤੋਂ ਲੈ ਕੇ ਸ਼ਾਹਿਦ ਸਾਹਿਬ, ਅੰਪਾਇਰ ਤੋਂ ਲੈ ਕੇ ਬੁਮਰਾ, ਜਿੰਨੇ ਵੀ ਉਹਨਾਂ ਦੇ ਪਲੇਅਰ ਸੀ, ਯਕੀਨ ਮੰਨੋ ਤਰਸ ਵਾਲੀਆਂ ਨਿਗਾਹ ਨਾਲ ਸਾਨੂੰ ਦੇਖ ਰਹੇ ਸੀ। ਔਰ ਐਂਡ ਤੇ ਸ਼ੁਗਰ ਲੱਗਿਆ, ਜੋ ਵੀ ਸ਼ੁਗਰ ਲਾਇਆ ਉਹਨਾਂ ਨੇ ਤੁਹਾਡਾ। ਉਹ ਅੰਪਾਇਰ ਕਹਿੰਦਾ ਮੈਂ ਆਊਟ ਹੀ ਨਹੀਂ ਦੇ ਰਿਹਾ, ਇਹਨੂੰ ਸ਼ੁਗਰ ਲਾਓ, ਹੋਰ ਖੜਾਓ ਇਹਨਾਂ ਨੂੰ, ਜ਼ਰਾ ਇਹਨਾਂ ਨੂੰ ਆਲ ਆਊਟ ਤੇ ਕਰੋ, ਇਹਨਾਂ ਨੂੰ ਔਕਾਤ ਤੇ ਯਾਦ ਦਿਵਾਓ ਕਿ ਯਾਰ ਤੁਸੀਂ ਕਿਸੇ ਜੋਗੇ ਨਹੀਂ ਹੈਗੇ। ਜਦੋਂ ਵਿਕਟਾਂ ਡਿੱਗ ਰਹੀਆਂ ਸੀ ਨਾ ਇਹਨਾਂ ਦੀਆਂ, ਮੈਨੂੰ ਉਦੋਂ ਇੰਜ ਲੱਗ ਰਿਹਾ ਸੀ ਕਿ ਇਸ਼ਾਨ ਕਿਸ਼ਨ ਨੇ ਜਿਹੜੇ ਸਕੋਰ ਬਣਾਏ ਨਾ 77, ਮੈਨੂੰ ਲੱਗਦਾ ਸੀ ਸਾਡੀ ਸਾਰੀ ਟੀਮ ਰਲ ਕੇ ਇੱਕ ਬੰਦਾ ਜਿਹਨੇ ਸਕੋਰ ਨਹੀਂ ਬਣਾ ਸਕਦੀ। ਉਹ ਨਿਊ ਕਮਰ ਬੱਚਾ ਜਿਹੜਾ ਕੁਝ ਉਹਨੇ ਚੰਦ ਮੈਚ ਖੇਡੇ, ਉਹ ਅਚਾਨਕ ਹਾਦਸਾਤੀ ਤੌਰ ਤੇ ਉਹ ਟੀਮ 'ਚ ਸ਼ਾਮਿਲ ਕੀਤਾ ਉਹਨੂੰ। ਉਹਨਾਂ ਦਾ ਜਿਹੜਾ ਕਪਤਾਨ ਹੈ ਸ਼ੁਭਮਨ ਗਿੱਲ, ਵਨਡੇ ਦਾ ਕਪਤਾਨ ਹੈ, ਟੈਸਟ ਦਾ ਵੀ ਕਪਤਾਨ ਹੈ, ਉਹ ਅਚਾਨਕ ਉਹਨੂੰ ਕਿਹਾ ਕਿ ਯਾਰ ਇਹ ਬੰਦਾ ਕੋਈ ਫਿੱਟ ਨਹੀਂ ਹੈਗਾ ਥੋੜਾ ਜਿਹਾ, ਤੇ ਇਹਦੀ ਜਗ੍ਹਾ ਤੇ ਇੱਕ ਬੰਦਾ, ਉਹਨੂੰ ਪਤਾ ਹੀ ਨਹੀਂ ਸੀ ਜ਼ਿੰਦਗੀ 'ਚ, ਵਿਚਾਰੇ ਨੇ ਸੋਚਿਆ ਹੀ ਨਹੀਂ ਸੀ ਕਿ ਮੈਨੂੰ ਵਰਲਡ ਕੱਪ ਵੀ ਕਢਾਉਣਗੇ ਨਹੀਂ ਕਢਾਉਣਗੇ, ਉਹਨੂੰ ਚੁੱਕ ਕੇ ਵਿੱਚ ਪਾਇਆ ਕਿ ਉਹ ਆ ਕੇ ਸਭ ਤੋਂ ਜ਼ਿਆਦਾ ਸਕੋਰ ਬਣਾ ਗਏ। ਸਰ ਸੂਰਿਆ ਕੁਮਾਰ ਯਾਦਵ ਨੇ ਦੇਖੋ ਲਾਂਭਾ ਨਹੀਂ ਕਿਸੇ ਦਾ ਰੱਖਿਆ, ਉਹਨੇ ਕਿਹਾ ਜੀ ਕਿਹਨੇ ਬੋਲਿੰਗ ਕਰਾਉਣੀ ਆ ਜਾਓ, ਇਹਨਾਂ ਤੋਂ ਸ਼ੋਰਿਆਂ ਤੋਂ ਚੇਜ਼ ਨਹੀਂ ਹੋਣਾ, ਤੁਸੀਂ ਆਓ ਚਾਹ ਪੂਰੇ ਕਰੋ। ਸ਼ਰਮਾ ਨੂੰ ਕਿਹਾ, ਹਰ ਕਿਸੇ ਨੂੰ ਕਿਹਾ, ਕੋਈ ਬੰਦਾ ਰਹਿ ਨਾ ਜਾਵੇ। ਇਹਨਾਂ ਦੇ ਤਜਰਬੇ, ਇਹ ਜਿਹੜੀਆਂ ਜ਼ਿੰਦਾ ਲਾਸ਼ਾਂ ਹੈਗੀਆਂ ਨਾ ਕਿ ਇੰਜ ਦੀਆਂ, ਕਿ ਬੰਦੂਕ ਲਈਏ ਤੇ ਇੰਜ ਦਾ ਬੰਦਾ ਦਿੰਦੇ ਕਿ ਮਾਰ ਕੇ ਟੈਸਟ ਕਰੋ ਭਾਈ ਜੀ। ਇਹਨਾਂ ਨੇ ਟੈਸਟ ਕੀਤਾ ਸਾਡੇ ਤੇ, ਔਰ ਯਕੀਨ ਮੰਨੋ ਅਸੀਂ ਇੰਡੀਆ ਦੇ ਲੈਵਲ ਦੇ ਨਹੀਂ ਹੈਗੇ। ਦੁਸ਼ਮਣ ਤਾਰੀਫ ਸ਼ਾਹਿਦ ਸਾਹਿਬ ਉਹ ਜਿਹੜਾ ਦੁਸ਼ਮਣ ਕਰੇ, ਬਿਲਕੁਲ ਜੀ, ਉਹ ਸਾਡੇ ਦੁਸ਼ਮਣ ਹੈ, ਲੇਕਿਨ ਗਯੂਰ ਦੁਸ਼ਮਣ ਹੈ। ਉਹ ਕਮ ਅਜ਼ ਕਮ ਉਹ ਆਪਣੀ ਟੀਮ ਨੂੰ, ਆਪਣੀ ਮੈਨੇਜਮੈਂਟ ਨੂੰ, ਆਪਣੀ ਕੌਮ ਨੂੰ ਤੇ ਝੁਕਣ ਨਹੀਂ ਦਿੰਦੇ ਯਾਰ। ਇਹ ਥੋੜਾ ਜਿਹਾ ਭਰਮ ਰੱਖਦੇ, ਅੱਜ ਦਾ ਮੈਚ ਤੇ ਜਿੱਤਦੇ ਕਿ ਮੋਹਸਿਨ ਨਕਵੀ ਸਾਹਿਬ ਦੇ ਉਹ ਅਹਿਸਾਨਾਂ ਦਾ ਹੀ ਬਦਲਾ ਚੁਕਾ ਦਿੰਦੇ। ਬੰਗਲਾਦੇਸ਼ੀ ਭਰਾਵਾਂ ਦੇ ਨਾਲ ਤੁਸੀਂ ਖਲੋਤੇ ਸੀ ਤੇ ਕਰਕੇ ਦਿਖਾਉਂਦੇ ਨੇ ਕਿ ਯਾਰ ਤੁਹਾਡੀ ਖਾਤਰ ਖਲੋਤੇ ਹੋ। ਬੰਗਲਾਦੇਸ਼ੀ ਵੀ ਕਹਿੰਦੇ ਹੋਣਗੇ ਸਾਡਾ ਤੇ ਬਹਾਨਾ ਬਣਾਇਆ, ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਅੱਛਾ, ਇਹ ਕਹਿੰਦੇ ਸੀ ਨਾ ਉਦੋਂ ਕਿ ਜੀ ਅਸੀਂ ਜਿੱਤ ਕੇ ਨਾ, ਇੰਡੀਆ ਸੇ जीत के हम बांग्लादेश के नाम करेंगे ये जीत। ਹਾਂ ਕਰਨਗੇ, ਉਹ ਤੁਹਾਡੀ ਔਕਾਤ ਹੈ ਸਰ? ਤੁਸੀਂ ਤੇ ਮਤਲਬ ਕਿ ਤੁਹਾਡੀ ਔਕਾਤ ਹੀ ਨਹੀਂ ਹੈ ਕਿ ਤੁਸੀਂ ਇੰਡੀਆ ਦੇ ਨਾਲ ਮੈਚ ਖੇਡ ਸਕੋ। ਉਹ ਜਿੱਤਣ ਦੀ ਤੇ ਬਾਅਦ ਦੀ ਗੱਲ ਹੈ। ਸ਼ਾਹਿਦ ਸਾਹਿਬ ਹੁਣ ਮਜ਼ੀਦ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ, ਤੁਸੀਂ ਕਿੰਨੀ ਲੰਮੀ ਵੀਡੀਓ ਕਰਨੀ? ਵੀਡੀਓ ਲੰਬੀ ਨਹੀਂ ਕਰਨੀ, ਮੈਂ ਚਾਹ ਰਿਹਾ ਕਿ ਜਿਹੜਾ ਇੰਡੀਆ ਨੇ ਇਹਨਾਂ ਨੂੰ ਢੂਆਕੜੀ ਸੀ ਕੀਤੀ ਹੈ ਨਾ, ਉਹਨਾਂ ਦੇ ਬੋਲਰਾਂ ਦੀ ਗੱਲ ਕਰ ਲਈਏ। ਬਾਕੀ ਇਹਨਾਂ ਦੀ ਤਾਂ ਵਾਕਈ ਗੱਲ ਕਰਨੀ ਨਹੀਂ ਬਣਦੀ, ਲੇਕਿਨ ਜਿਹੜੀ ਉਹਨਾਂ ਨੇ ਢੂਆਕੜੀ ਸੀ ਕੀਤੀ ਹੈ ਨਾ, ਹਾਰਦਿਕ ਪਾਂਡਿਆ ਨੇ ਪਹਿਲੇ ਓਵਰ 'ਚ ਜਿਹੜੀ ਗੇਂਦ ਕਰਾਈ ਸੀ ਔਰ ਜਿਹੜਾ ਉਹਨੇ ਆਊਟ ਕੀਤਾ ਸੀ ਸਾਹਿਬਜ਼ਾਦਾ ਫਰਹਾਨ ਨੂੰ ਜੀ, शॉर्ट पिच ਉਹਨੇ ਗੇਂਦ ਦਿੱਤੀ ਹੈ। शाहजादा फरहान यार तू अजीबो गरीब आदमी के बच्चे, तू ਉਹਨੂੰ ਇੱਧਰ ਖੇਡ, ਤੂੰ ਕਿਉਂ ਉਹਨੂੰ ਵਲੇਟਾ ਕਿਉਂ ਮਾਰ ਰਿਹਾ ਉਹਨੂੰ ਗੇਂਦ ਨੂੰ? ਇੱਧਰ ਖੇਡ ਰਹੇ ਆ ਔਰ ਉਸ ਤੋਂ ਬਾਅਦ ਉਹਨੇ ਕਿਤੇ ਨੂੰ ਗੇਂਦ ਜਿੱਧਰ ਦਿੱਤੀ ਹੈ ਉਹਨੂੰ ਪੁਆਇੰਟ ਤੇ ਮਾਰ। ਸ਼ਾਹਿਦ ਸਾਹਿਬ ਇੱਕ ਚੀਜ਼ ਮੈਂ ਐਡ ਕਰਨਾ ਚਾਹਾਂਗਾ। ਹਾਂਜੀ, ਉਹਨਾਂ ਦਾ ਜਿਹੜਾ ਓਪਨਰ ਜਿਹੜਾ ਮੁੰਡਾ ਆਊਟ ਹੋਇਆ ਸੀ
ਅਭਿਸ਼ੇਕ ਸ਼ਰਮਾ। ਅਭਿਸ਼ੇਕ ਸ਼ਰਮਾ ਉਹ ਉਹਨਾਂ ਦਾ ਫਸਟ ਕਲਾਸ ਓਪਨਰ ਸੀ, ਠੀਕ ਹੈ, ਉਹ ਡਿਪੈਂਡੈਂਟ ਸੀ। ਉਹਨੇ ਧੂਆਂ ਕੱਢਿਆ। ਉਹ ਇੰਡੀਆ ਵਾਲੇ ਕਹਿੰਦੇ ਪਾਕਿਸਤਾਨ ਦਾ ਬਾਪ ਜਾਂ ਸ਼ਹੀਨ ਅਫਰੀਦੀ ਦਾ ਬਾਪ ਕਹਿ ਸਕਦੇ ਆ, ਬਾਪ ਛੱਡੋ, ਗ੍ਰੈਂਡ ਬਾਪ ਹੈ ਸਰ। ਹੁਣ ਅੱਛਾ, ਉਹ ਮੁੰਡਾ ਪਹਿਲੀ ਉਹ ਆਊਟ ਹੋ ਗਿਆ, 0 ਤੇ ਆਊਟ ਹੋ ਗਿਆ, ਲੇਕਿਨ ਕਿਆ ਉਸ ਤੋਂ ਬਾਅਦ ਇੰਡੀਅਨ ਟੀਮ ਟੁੱਟ ਗਈ? ਬਿਲਕੁਲ ਵੀ ਨਹੀਂ। ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਗਈ। ਜਿਵੇਂ ਇਹਨਾਂ ਨੇ ਤੇ ਆਸਰਾ ਹੀ ਨਹੀਂ ਕੀਤਾ ਸਰ। ਇਹ ਤੇ ਇੱਕ ਦੂਸਰੇ ਦੀ ਜ਼ਿੱਦ ਨਾਲ। ਸਾਹਿਬਜ਼ਾਦਾ ਫਰਹਾਨ ਅਗਰ ਕਿਸੇ ਇੱਕ ਮੈਚ ਨਹੀਂ ਚੱਲਿਆ, ਇਹ ਉਹੀ ਸਾਹਿਬਜ਼ਾਦਾ ਫਰਹਾਨ ਆ ਜਿਹੜੇ ਆਪਣੇ ਆਪ ਨੂੰ ਸਾਬਤ ਕੀਤਾ। ਇਸ ਬੰਦੇ ਨੇ ਉਹ ਜਿਹੜੀਆਂ ਲੀਗਾਂ ਖੇਡੀਆਂ, ਇਸ ਬੰਦੇ ਨੇ ਡੋਮੈਸਟਿਕ ਖੇਲੀ ਹੈ ਔਰ ਆਪਣੇ ਆਪ ਨੂੰ ਪਾਲਿਸ਼ ਕਰਕੇ ਆਇਆ। ਸਾਹਿਬਜ਼ਾਦਾ ਫਰਹਾਨ ਦੀ ਅੱਜ ਇੰਨੀ ਗਲਤੀ ਨਹੀਂ ਸਰ। ਮੈਂ ਜਿੰਨਾ ਡਿਸਹਾਰਟ ਹੋਇਆ, ਨਹੀਂ, ਮੈਂ ਵੈਸੇ ਸ਼ੁਰੂ ਤੋਂ ਹੀ ਗੱਲ ਕਰ ਰਿਹਾ ਨਾ ਕਿ ਇਹਨਾਂ ਨਾਲ ਉਹਨਾਂ ਦੇ ਮੈਂ ਬੋਲਰਾਂ ਦੀ ਤਾਰੀਫ ਕਰ ਰਿਹਾ ਬੇਸਿਕਲੀ, ਕਿ ਪਾਂਡਿਆ ਨੇ 1 ਵਿਕਟ ਲਈ ਸੀ ਪਹਿਲੇ ਓਵਰ 'ਚ, 1 ਵਿਕਟ ਲਈ ਜਿਹੜਾ ਉਹਨੇ ਆਖਰੀ ਓਵਰ ਕਰਾਇਆ, ਜਿਹਨੂੰ ਤੁਸੀਂ ਕਹਿ ਸਕਦੇ ਹੋ ਟੈਕਨੀਕਲੀ 18ਵਾਂ ਓਵਰ, ਠੀਕ ਹੈ, ਨਹੀਂ ਸੋਰੀ 17ਵਾਂ ਓਵਰ, ਉਹਦੀ ਆਖਰੀ ਗੇਂਦ ਤੇ ਉਹਨੇ ਫੇਰ ਵਿਕਟ ਲੈ ਲਈ। ਤੁਹਾਡੇ ਆਪਣਾ ਉਹ ਤਾਰਕ ਸਾਹਿਬ ਦੀ, ਉਸਮਾਨ ਤਾਰਕ ਦੀ ਵਿਕਟ ਲੈ ਲਈ। ਉਹ ਵਿਚਾਰਾ, ਉਹ ਤਾਂ ਉਹਨੂੰ ਕੋਲ ਖੇਡੇ ਨਹੀਂ ਜਾਂਦਾ, ਬੱਲੇ ਨਹੀਂ ਫੜਿਆ ਜਾਂਦਾ। ਬਿਲਕੁਲ ਸਰ। ਉਹ ਮੇਰੇ ਖਿਆਲ ਜਸਪ੍ਰੀਤ ਬੁਮਰਾਹ ਨੇ 2 ਓਵਰ ਕਰਾਏ, 1 ਹੀ ਓਵਰ ਦੇ ਵਿੱਚ ਉਹਨੇ 2 ਵਿਕਟਾਂ ਲੈ ਲਈਆਂ ਸੀ। ਇੱਕ ਤੇ ਉਹਦਾ ਬਾਈ ਚਾਂਸ ਛੱਕਾ ਲੱਗ ਗਿਆ ਸਾਇਮ ਅਯੂਬ ਦਾ, ਬਿਲਕੁਲ ਪਿੱਛੇ ਗੇਂਦ ਖੇਡੀ, ਕਿਤੇ ਸੀ ਛੱਕਾ ਕਿਤੇ ਚਲਾ ਗਿਆ ਸਰ। ਉਹਦੇ ਬੋਡੀ ਲੈਂਗੁਏਜ ਤੋਂ ਲੱਗ ਰਿਹਾ ਸੀ ਕਿ ਉਹ ਸੋਚ ਸਮਝ ਕੇ ਨਹੀਂ ਮਾਰਿਆ ਉਹਨੇ। ਪਾਕਿਸਤਾਨ ਦੀ ਟੀਮ ਅੱਜ ਜਿੰਨੀ ਵੀ ਸੀ ਨਾ, ਉਹ ਪਾਕਿਸਤਾਨ ਦੀ ਟੀਮ ਲੱਗ ਹੀ ਨਹੀਂ ਸੀ ਰਹੀ। ਇਹ ਲੱਗ ਨਹੀਂ ਸੀ ਰਿਹਾ ਤੁਹਾਨੂੰ ਕਿ ਇਹ ਉਹ ਟੀਮ ਹੈ ਜਿਹਨੇ 2 ਮੈਚ ਜਿੱਤੇ ਹੋਏ ਹੈ। ਲੱਗ ਰਿਹਾ ਸੀ ਕੋਈ ਦਵਾਈ ਸ਼ਵਾਈ ਪੀ ਕੇ ਆਏ। ਬਾਕੀ ਆਪਣੇ ਹਵਾਸ 'ਚ ਨਹੀਂ ਹੈਗੇ ਸੀ ਯਾਰ। ਇੰਡੀਆ ਕੀ ਹੈ, ਕੀ ਤੁਹਾਡੇ ਅੱਗੇ ਕੀ ਸੀ? ਕੋਈ ਥੋੜੀ ਜਿਹੀ ਸ਼ਰਮ ਹੁੰਦੀ ਹੈ, ਥੋੜੀ ਜਿਹੀ ਹਯਾ ਹੁੰਦੀ ਹੈ। ਇੱਕਦਮ ਉਹੀ ਗੱਲ ਕਿ ਜਿਹੜੀ ਉਹ ਕਹਿੰਦੇ ਕਿ ਜਜ਼ਬਾਤ, ਹਾਲਾਤ ਸਭ ਕੁਝ ਹੀ ਬਦਲ ਗਿਆ ਯਾਰ। ਇੰਨਾ ਜ਼ਿਆਦਾ ਮਤਲਬ KG ਦੇ ਬੱਚੇ ਲੱਗ ਰਹੇ ਸੀ ਕਿ ਯਾਰ ਜਿਵੇਂ PhD ਦੇ ਨਾਲ KG ਦੇ ਬੱਚੇ ਲੱਗੇ ਹੋਏ। बहरहाल जी, पाकिस्तान की जो टीम है, इस टीम को बहुत सारे खिलाड़ी ऐसे हैं जिनको निकाल देना चाहिए। अगर आपने नमीबिया से मैच जीतना है तो आपको शाहीन शाह अफरीदी को उधर ही पटसन की फसलों की जो वहाँ पे काश्त हो रही है उसमें डाल देना चाहिए। और आपका जो कप्तान है उसको उसी जज़ीरा जो श्रीलंका का जज़ीरा है उसमें कश्ती चलाने का, चप्पू चलाने का काम दे देना चाहिए। उसके बाद जो बाबर आजम है उसको कहीं और छोड़ के आ जाएं, जंगलों में, पहाड़ों में, खेतों में, कहीं और छोड़ के आ जाएं। इन तीनों को छोड़ के आ जाएं। हमने बड़ी इज़्ज़त की सलमान अली आगा की कि सलमान अली आगा 2 मैचों में नहीं चले तो कोई बात नहीं, ये इंडिया के ख़िलाफ़ चलेंगे। लेकिन इस बंदे ने कसम खाई थी कि जी मैं तो बिल्कुल भी नहीं चलूँगा और गंदी शॉट मार के आउट हो जाऊँगा। और बुमराह की क्लास इस तरह की रह गई है, बिल्कुल वो नंबर 1 खिलाड़ी है, नंबर 1 बॉलर है, लेकिन आजकल उसको हर बंदा छक्के मार रहा है। लेकिन इनकी करतूत ये थी कि ये बुमराह की गंदी गेंद पे ही गंदी शॉट खेल के आउट हो गए। इनकी ये इस कप्तान को जो है ना, इसकी जितनी भी हम तारीफ़ कर ली हम माफ़ी चाहते हैं उस तारीफ़ से, हम अपने अल्फाज वापस लेते हैं। इस बंदे को पटसन की फसल में छोड़ के आएँ, इसको कहेंगे पटसन की काश्त करो जाके तुम। और बाकी मानदा जो प्लेयर हैं उनमें से ਉਹਨਾਂ ਖਿਲਾੜੀਆਂ ਨੂੰ ਕਹਿਣਾ ਚਾਹੀਦਾ ਹੈ, ਮੋਹਸਿਨ ਨਕਵੀ ਸਾਹਿਬ ਉੱਥੇ ਹੀ ਹੈ, फ़ायदा हो जाएगा। डायरेक्ट ਗੱਲ ਤੁਹਾਡੇ फेस टू फेस ਤੁਸੀਂ ਗੱਲ ਪਹੁੰਚਾ ਸਕਦੇ ਹੋ ਕਿ ਸਰ ਉਹਨਾਂ ਨੂੰ ਕਹੋ ਕਿ ਇਹ ਜੋ ਬਾਕੀ ਮਾਨਦਾ ਖਿਲਾੜੀ ਹੈ ਇनको ਪੂਰੀ ਤਰ੍ਹਾਂ ਆਜ਼ਾਦੀ ਦੇ ਦਿਓ ਕਿ ਪੁੱਤਰ ਜਿਵੇਂ ਮਰਜ਼ੀ ਖੇਡੋ, ਤੁਸੀਂ ਹਾਰੋ ਜਿੱਤੋ, ਤੁਹਾਨੂੰ ਅਸੀਂ ਨਹੀਂ ਪੁੱਛਣਾ, अयाशी करो। इन तीनों को बाहर करें और नई टीम जो है ना, ये मुआज़ सदाकत टाइप और समीर टाइप, इन बच्चों को लेके आओ जो अच्छा परफॉर्म कर रहे हैं अंडर 19 में। क्या यार, पाकिस्तान इंडिया का मैच वो भी ICC वाले भी चेज़ा लेते हैं हमारा, पैसे वैसों का तो एक बहाना है, वो चेज़ा करते हैं पाकिस्तान का जानबूझ के। ICC जानबूझ के पाकिस्तान और इंडिया का मैच रखता है ताकि पाकिस्तान को जलील करवाया जाए इंडिया के हाथों। हर दफ़ा ही 8 मैच हो गए या 9 मैच हो गए, हम हर दफ़ा ही हार जाते हैं। एक मैच फ्लूक लगा, उससे मैं फ्लूक ही कहूँगा, अब तुक्का लगा पाकिस्तान का, जो बाबर आजम की कप्तानी में इन दोनों ने जीत लिया 10 विकेटों से, सिर्फ तुक्का था वो। पाकिस्तान की टीम इस काबिल है ही नहीं। निकाल दें सारे खिलाड़ियों को, नई टीम को लेके आए यार। जब आपने हारना है, जब आपने जलील होना है तो नए बच्चों के हथों जलील होवो ना यार। ए बाबे खुंड इकट्ठे कीते, तुसी की कराना इन्हां कोलों? जान छड्डो पाकिस्तान दी यार। नाज़रीन, हमारा तो ब्लड प्रेशर काफ़ी हाई हो चुका है, लेकिन अगर आपको हमारी वीडियो अच्छी लगी हो तो आप हमारी वीडियो को लाइक करें, हमारे चैनल को सब्सक्राइब करें और वीडियोस को शेयर करें। बाकी जो भी किसी को बुरा लगा हो, पंजाबी एक्सेंट में फ्लो में निकल जाता है, लेकिन यार वो आप लोग समझ सकते हैं कि जज्बात हैं।
एक पाकिस्तानी होने के नाते आप यकीन माने कि मैं बाबर का फ़ैन हूँ, लेकिन यार उसने डिसाइड किया है, उसने दिल तोड़ा है। और आगा जी अब कूच करो।